कई दोस्त आते ने ਉਹ ਆਦ ਬੜਾ ਭੈੜਾ ਮੂੰਹ ਚਾਰਿਆਂ ਨੇ ਕੀਤਾ ਹੁੰਦਾ ਤੇ ਉਹ ਆਂਦੇ ਨੇ ਯਾਰ ਨਾ ਪਤਾ ਹੀ ਨਹੀਂ ਲੱਗਦਾ ਵੀ ਬਵਾਸੀਰ ਹੁੰਦੀ, ਕਈਆਂ ਤਰ੍ਹਾਂ ਦੀ ਬਵਾਸੀਰ ਹੁੰਦੀ, ਕਈਆਂ ਨੂੰ ਬੇਹੱਦ ਤਕਲੀਫ ਹੁੰਦੀ ਏ ਤੇ ਉਹਨਾਂ ਨੂੰ ਕੁਜ਼ਾਏ ਹਾਜਤ ਜਦੋਂ ਕਰਨੀ ਪਵੇ ਨਾ ਤਾਂ ਉਹਨਾਂ ਨੂੰ ਮੌਤ ਨਹੀਂ ਗਿਆ ਆਂਦੀ। ਇੱਕ ਬਵਾਸੀਰ ਹੁੰਦੀ ਏ ਕਿ ਉਹਨਾਂ ਨੂੰ ਅਹਿਸਾਸ ਵੀ ਨਹੀਂ ਹੁੰਦਾ ਕਿ ਸਾਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਹੋਵੇ ਨਾ, ਮਹਿਸੂਸ ਕਰਦੇ ਹੋਣ, ਉਹਨਾਂ ਨੂੰ ਕੋਈ ਤਕਲੀਫ ਮਹਿਸੂਸ ਨਹੀਂ ਹੁੰਦੀ, ਨਾ ਕੋਈ ਦਰਦ, ਨਾ ਕੋਈ ਉਹਨਾਂ ਨੂੰ ਕੁਜ਼ਾਏ ਹਾਜਤ ਦੀ ਤਕਲੀਫ ਹੈ, ਨਾ ਉਹਨਾਂ ਨੂੰ ਖਾਣ ਪੀਣ ਦੀ ਕੋਈ ਤਕਲੀਫ ਹੈ। ਉਹ ਬਵਾਸੀਰ ਖੂਨੀ ਬਵਾਸੀਰ ਉਹਨਾਂ ਦਾ ਮੇਰਾ ਭਾਈ ਇੰਨੀ ਤਕਲੀਫ ਵਿੱਚ ਹੁੰਦੇ, ਬੈਠੇ ਹੋਣ ਨਾ ਕਿਧਰੇ ਤੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਮੇਰੀ ਬਲੀਡਿੰਗ ਹੋ ਗਈ ਹੈ। ਉਹ ਵਿਚਾਰੇ ਉੱਠਦੇ ਨੇ ਤਾਂ ਕੋਈ ਦੋਸਤ ਕਹਿੰਦੇ ਨੇ ਜਾਂ ਨਾ ਦੀ ਜ਼ਾਤੀ ਵੀ ਤੇ ਨਜ਼ਰ ਪੈ ਜਾਂਦੀ ਹੈ ਸੀਟ ਤੇ ਬੈਠੇ ਹੋਏ ਵੀ ਯਾਰ ਆਹ ਕੀ ਗੱਲ ਬਣ ਗਈ। ਤੇ ਬਾਜ਼ ਔਕਾਤ ਕਈ ਬੰਦੇ ਤਾਂ ਟੁਰੇ ਜਾਂਦੇ ਹੁੰਦੇ ਨਾ ਤਾਂ ਪੈਰਾਂ ਦੇ ਵਿੱਚ ਨਾ ਆਉਂਦਾ ਨਾ ਬਣ ਜਾਂਦਾ ਚਿੱਕੜ ਜਾਂ ਬਲੀਡਿੰਗ ਇੰਨੀ ਹੋ ਜਾਂਦੀ ਉਹਨਾਂ ਨੂੰ ਪਤਾ ਚੱਲਦਾ ਯਾਰ ਮੇਰੇ ਨਾਲ ਤਾਂ ਬੜੀ ਪ੍ਰੋਬਲਮ ਤੇ ਬੜੀ ਸ਼ਰਮਿੰਦਗੀ ਮਹਿਸੂਸ ਹੁੰਦੀ। ਤੇ ਹੈ ਵੀ ਸ਼ਰਮਿੰਦਾ ਹੋਣ ਵਾਲੀ ਗੱਲ, ਮਰਜ਼ ਤਾਂ ਮਰਜ਼ ਹੀ ਹੈ ਨਾ, ਚਾਹੇ ਛੋਟੀ ਹੋਵੇ ਵੱਡੀ ਹੋਵੇ, ਤਕਲੀਫ ਹੁੰਦੀ, ਬੰਦੇ ਦੀ ਬੇਇੱਜ਼ਤੀ ਹੋ ਜਾਂਦੀ। ਅੱਲਾਹ ਪਾਕ ਮੁਆਫ ਫਰਮਾਵੇ। ਅੱਲਾਹ ਕੋਲ ਤੌਬਾ ਕਰਨੀ ਚਾਹੀਦੀ, ਕੋਈ ਵੀ ਤਕਲੀਫ ਹੋਵੇ ਸ਼ਫਾ ਮੰਗਣੀ ਚਾਹੀਦੀ ਤੇ ਮੇਰਾ ਕਰੀਮ ਰੱਬ ਸ਼ਫਾ ਅਤਾ ਕਰਦਾ ਹੈ। ਉਹਦਾ ਇੱਕ ਤੁਹਾਨੂੰ ਬਿਹਤਰੀਨ ਨੁਸਖਾ ਔਰ ਬਿਹਤਰੀਨ ਇਲਾਜ ਦੱਸਣੇ। ਜਿਹੜੇ ਵਿਚਾਰੇ ਪਿਸ਼ਾਬ ਕਰਨ ਜਾਂਦੇ ਨੇ ਕਜ਼ਾਏ ਹਾਜਤ ਵਾਸਤੇ, ਸਭ ਤੋਂ ਪਹਿਲੇ ਪਾਰਟ ਬਲੀਡਿੰਗ ਨਾਲ ਹੀ ਭਰ ਦਿੰਦੇ ਤੇ ਬੜੇ ਪਰੇਸ਼ਾਨ ਹੁੰਦੇ ਨੇ ਤੇ ਦਰਗੁਜ਼ਰ ਇਸ ਵਾਸਤੇ ਕਰ ਰਹੇ ਹੁੰਦੇ ਨੇ ਕਿ ਉਹਨਾਂ ਨੂੰ ਤਕਲੀਫ ਨਹੀਂ ਹੁੰਦੀ, ਕੋਈ ਦਰਦ ਨਹੀਂ ਹੁੰਦੀ। ਤਾਂ ਉਹਨਾਂ ਵਾਸਤੇ ਮੇਰਾ ਭਾਈ ਨੁਸਖਾ ਹੈ, ਬੜਾ ਹੀ ਬਿਹਤਰੀਨ ਨੁਸਖਾ ਹੈ। 3 ਚੀਜ਼ਾਂ ਦਾ ਜੁਜ਼ ਹੈ। ਰਸੌਂਤ ਰਸ ਇੰਡੀਆ ਵੀ ਇਹਨੂੰ ਬੋਲਦੇ ਜੇ, ਰਸੌਂਤ ਰਸ ਇੰਡੀਆ। ਮਗਜ਼ ਤੁਖਮ ਨਿੰਮ ਲੈਣਾ ਹੈ ਤੁਸੀਂ, ਮਗਜ਼ ਤੁਖਮ ਨਿੰਮ। ਇਹ ਨਾ ਕਰਿਆ ਜੇ ਕਿ ਅਸੀਂ ਅਗਰ ਉਹ ਤੁਹਾਨੂੰ ਗਿਟਕ ਖਵਾਣੀ ਹੁੰਦੀ ਨਾ ਤਾਂ ਮਾਮੂਲੀ ਨਿੰਮ ਕਹਿ ਦੇਣਾ ਸੀ। ਮਗਜ਼ ਦਾ ਮਤਲਬ ਮਗਜ਼ ਹੀ ਹੈਗਾ ਜੇ। ਇਹ ਨੁਸਖਾ ਤੁਹਾਨੂੰ ਇਸ ਵਾਸਤੇ ਦੱਸੀ ਦੇ ਨੇ ਕਿ ਅੱਜ ਮੌਸਮ ਹੈ ਨਿੰਮ ਦਾ, ਜਿਨ੍ਹਾਂ ਨੂੰ ਇਹ ਤਕਲੀਫ ਹੋਵੇ ਉਹ ਨਿੰਮ ਦੀਆਂ ਗੁਠਲੀਆਂ ਇਕੱਠੀਆਂ ਕਰ ਲਵਣ, ਕਰਕੇ ਰੱਖ ਛੱਡਣ, ਜਦੋਂ ਵੀ ਕਿਸੇ ਨੂੰ ਜ਼ਰੂਰਤ ਹੋਵੇ ਉਹ ਦੇ ਛੱਡਣ ਅੰਨ ਬਣਾ ਕੇ। ਅਕਸਰ ਪੰਸਾਰ ਤੋਂ ਵੀ ਇਹ ਚੀਜ਼ਾਂ ਮਿਲ ਜਾਂਦੀਆਂ ਨੇ। ਸਾਡੇ ਜਿਹੜੇ ਦੇਸੀ ਨੁਸਖੇ ਜਿੰਨੇ ਵੀ ਨੇ ਨਾ ਇਹ ਪੰਸਾਰ ਤੋਂ ਹੀ ਮਿਲ ਜਾਂਦੇ ਨੇ। ਰਸੌਂਤ ਲੈਣੀ ਹੈ, ਰਸ ਇੰਡੀਆ, ਤੁਖਮ ਮਗਜ਼ ਨਿੰਮ, ਤੁਖਮ ਸਰਸ, ਆ ਸ਼ਰੀਂ ਦਾ ਬੀਜ ਜਿਹੜਾ ਹੁੰਦਾ ਹੈ। ਇਹਨਾਂ ਤਿੰਨਾਂ ਨੂੰ ਤੁਸੀਂ ਬਰਾਬਰ ਵਜ਼ਨ ਲੈਣਾ। ਬਰਾਬਰ ਵਜ਼ਨ ਲੈ ਕੇ ਇਹਨਾਂ ਦਾ ਤੁਸੀਂ ਪਾਊਡਰ ਕੁੱਟਣਾ ਹੈ। ਕੁੱਟ ਕੇ ਇਹਨਾਂ ਨੂੰ ਤੁਸੀਂ 500 ਮਿਲੀਗ੍ਰਾਮ ਦਾ ਕੈਪਸੂਲ ਬਣਾ ਕੇ ਸੁਬਹ ਦੁਪਹਿਰ ਸ਼ਾਮ 3 ਟਾਈਮ ਮੇਰਾ ਵੀਰ ਖਾਓ। ਇਨਸ਼ਾਅੱਲਾ ਅੱਲਾਹ ਪਾਕ ਨੇ ਖੈਰ ਫਰਮਾਈ ਨਾ ਤਾਂ ਅੱਲਾਹ ਦਾ ਫਜ਼ਲ ਹੋਇਆ ਤੇ ਪਹਿਲੀ ਖੁਰਾਕ ਨਾਲ ਤੁਹਾਨੂੰ ਬਲੀਡਿੰਗ ਨਹੀਂ ਹੋਵੇਗੀ। ਫਿਰ ਜਿੰਨਾ ਮਰਜ਼ੀ ਸਫ਼ਰ ਕਰਦੇ ਰਿਹਾ ਜੇ, ਸੀਟ ਤੇ ਬਵਿਆ ਜੇ, ਕੁਰਸੀ ਤੇ ਬਵਿਆ ਜੇ, ਖਲੋਵਿਆ ਜੇ, ਟੁਰਿਆ ਜੇ, ਬਲੀਡਿੰਗ ਨਾਲ ਸਫ਼ਰ ਖਤਮ ਹੋ ਜਾਏਗਾ ਇਨਸ਼ਾਅੱਲਾ। ਜਿਹੜਾ ਤੁਹਾਡੇ ਦਿਲ 'ਚ ਵਕਤ ਡਰ ਹੈ ਨਾ, ਦਿਮਾਗ ਤੇ ਸਵਾਰ ਹੋ ਜਾਂਦੀ ਗੱਲ ਵੀ ਆਹ ਮੈਨੂੰ ਤਕਲੀਫ ਹੈ ਤੇ ਇਹ ਕੀ ਦਿਆ ਮਾਮਲਾ ਬਣ ਗਿਆ ਮੇਰੇ ਵਾਸਤੇ। ਦਾ ਵੀ ਕੱਪੜੇ ਵੀ ਖਰਾਬ, ਅੱਜ ਕੱਲ੍ਹ ਦੇ ਕੱਪੜੇ ਵੀ ਇੰਨੇ ਮਹਿੰਗੇ ਹੁੰਦੇ ਨੇ ਵੀ ਦਰਜੀ ਵੀ ਜਿਹੜਾ ਨਾ ਉਹ ਮਹਿੰਗੇ ਦੇ ਹਿਸਾਬ ਨਾਲ ਹੀ ਸਿਲਾਈ ਵੀ ਲਾਈ ਹੁੰਦੀ। ਤੋ ਬਾਕੀ ਤਕਲੀਫ ਤਾਂ ਸਹਿ ਲੈਂਦੇ ਨੇ ਤੇ ਕੱਪੜੇ ਦੀ ਖਰਾਬੀ ਨਹੀਂ ਸਹਿੰਦੇ, ਕਿਉਂਕਿ ਬਲੀਡਿੰਗ ਦਾ ਨਿਸ਼ਾਨ ਲੱਗ ਜਾਏ ਤਾਂ ਲੈਂਦਾ ਬੜੀ ਮੁਸ਼ਕਲ ਹੁੰਦਾ ਹੈ। ਤਾਂ ਮੇਰਾ ਭਾਈ ਤੁਸੀਂ ਇਹ ਚੀਜ਼ ਦਾ ਇਸਤੇਮਾਲ ਕਰੋ। 3 ਚੀਜ਼ਾਂ ਦਾ ਮੁਰੱਕਬ ਹੈ। ਇਸ ਮੇਰੀ ਵੀਡੀਓ ਨੂੰ ਤੁਸੀਂ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਜੇ। ਜਿਹੜੇ ਦੋਸਤ ਇਹਨਾਂ ਦਾ ਇਸਤੇਮਾਲ ਕਰਕੇ ਅੱਲਾਹ ਪਾਕ ਨੇ ਸ਼ਿਫਾ ਦਿੱਤੀ ਉਹ ਸਾਨੂੰ ਕਮੈਂਟ ਕਰਕੇ ਦੱਸਿਆ ਜ਼ਰੂਰ ਕਰਨ ਕਿ ਅੱਲਾਹ ਪਾਕ ਨੇ ਸ਼ਿਫਾ ਦਿੱਤੀ। ਕਈ ਦੋਸਤ ਸਾਨੂੰ ਫਿਰ ਟੈਲੀਫੋਨ ਕਰਕੇ ਦੱਸਦੇ ਨੇ ਕਿ ਅੱਲਾਹ ਨੇ ਫਜ਼ਲ ਕੀਤਾ ਯਾਰ, ਵੀ ਇੰਨੀ ਉਮੀਦ ਨਹੀਂ ਸੀ। ਆਉਂਦੇ ਨੇ ਦੇਸੀ ਦਵਾਈ ਆਹਿਸਤਾ 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 ਅਸਰ ਕਰਦੀ। ਮੇਰਾ ਭਾਈ ਟੀਕਾ ਲੱਗੇ ਨਾ ਤਾਂ ਡਾਕਟਰ ਆਂਦੇ ਨੇ ਘੰਟਾ ਬੇਫਿਕਰਾ ਹੋ ਜਾ, ਤਕਲੀਫ ਬਰਦਾਸ਼ਤ ਕਰਨੀ, ਘੰਟੇ ਬਾਅਦ ਤੈਨੂੰ ਆਰਾਮ ਆ ਜਾਸੀ। ਆ ਜਿਹੜਾ ਅਸੀਂ ਨੁਸਖਾ ਦੱਸਦੇ ਪਏ ਤੁਸੀਂ ਸਾਡਾ ਇਹ ਨੁਸਖਾ ਗੋਲੀ ਖਾ ਲਿਆ ਜੇ ਤੇ ਘੜੀ ਦਾ 2 ਮਿੰਟ ਟਾਈਮ ਵੇਖ ਲਿਆ ਜੇ, ਇਨਸ਼ਾਅੱਲਾ 2 ਮਿੰਟ ਦੇ ਅੰਦਰ ਅੰਦਰ ਤੁਹਾਡੀ ਤਕਲੀਫ ਖਤਮ ਹੋ ਜਾਏਗੀ। ਤੁਹਾਨੂੰ ਇਨਸ਼ਾਅੱਲਾ ਜਿਹੜੀ ਨਾ ਬਲੀਡਿੰਗ ਇਹ ਬਿਲਕੁਲ ਖਤਮ ਹੋ ਜਾਏਗੀ। ਇਹ ਤਸ਼ਖੀਸ ਹੁੰਦੀ ਹੈ, ਇੱਕ ਬੰਦੇ ਨੂੰ ਪਤਾ ਹੈ ਤਸ਼ਖੀਸ ਕਰਨ ਦਾ, ਇੱਕ ਬੰਦੇ ਨੂੰ ਪਤਾ ਤਸ਼ਖੀਸ ਦੱਸਣ ਦਾ। ਇੱਕ ਬੰਦੇ ਨੂੰ ਪਤਾ ਹੀ ਨਹੀਂ ਹੈਗਾ ਕਿ ਮੈਨੂੰ ਹੈ ਕੀ ਤੇ ਮੈਂ ਹਕੀਮ ਸਾਹਿਬ ਨੂੰ ਜਾਂ ਡਾਕਟਰ ਸਾਹਿਬ ਨੂੰ ਦੱਸਣਾ ਕੀ ਹੈ। ਤੁਸੀਂ ਖੁਦ ਜਦੋਂ ਉਹਦੇ ਚਿਹਰੇ ਤੋਂ ਮਹਿਸੂਸ ਕਰੋਗੇ ਨਾ, ਉਹਨਾਂ ਦੀ ਤਸੱਲੀ ਕਰੋਗੇ, ਉਹਨਾਂ ਦੀ ਨਬਜ਼ ਵੇਖੋਗੇ, ਉਹਨਾਂ ਦੇ ਮਿਜ਼ਾਜ ਨੂੰ ਵੇਖੋਗੇ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਕਿ ਇਸ ਬੰਦੇ ਨੂੰ ਕੀ ਤਕਲੀਫ ਹੈ ਤੇ ਮੈਂ ਇਹਨੂੰ ਕੀ ਚੀਜ਼ ਦੇਣੀ ਹੈ। ਐਵੇਂ ਤੁਸੀਂ ਜਿਹੜੀ ਬਲੀਡਿੰਗ ਵਾਲੀ ਇੱਕ ਹੁੰਦੀ ਹੈ ਸੁਜ਼ਾਕ ਵਾਲੀ, ਸੋਜ਼ਸ਼ ਹੋ ਜਾਂਦੀ, ਇੰਨੀ ਜ਼ਿਆਦਾ ਸੋਜ਼ਸ਼ ਹੋ ਜਾਂਦੀ। ਇੱਕ ਹੁੰਦਾ ਮੌਕਿਆਂ ਵਾਲੀ, ਇੱਕ ਹੁੰਦੀ ਬਲੀਡਿੰਗ ਹੋਣੀ ਤੇ ਬੇਤਾਸ਼ਾ ਨਾਲ ਦਰਦ ਹੋਣੀ। ਇਹ ਚੀਜ਼ਾਂ ਦੇ ਮਿਜ਼ਾਜ ਅਲੱਗ-ਅਲੱਗ ਹੁੰਦੇ ਨੇ। ਇਸ ਵਾਸਤੇ ਇੱਕੋ ਮਰਜ਼ ਤੇ ਇੱਕੋ ਚੀਜ਼ ਨਹੀਂ ਦਿੱਤੀ ਜਾ ਸਕਦੀ। ਨਾ ਬਵਾਸੀਰ ਇਹ ਤਾਂ ਪਤਾ ਹੋਣਾ ਚਾਹੀਦਾ ਬਵਾਸੀਰ ਤਾਂ ਹੈ, ਪਰ ਹੈ ਕਿਸ ਵਜ੍ਹਾ ਤੋਂ। ਐਵੇਂ ਹੀ ਉਹਨੂੰ ਤੁਸੀਂ ਬਵਾਸੀਰ ਦੀ ਦਵਾਈ ਕਰਕੇ ਦੇ ਦਿਓ, ਉਸ ਵਿਚਾਰੇ ਨੂੰ ਤਕਲੀਫ ਉਸ ਤੋਂ ਵੀ ਜ਼ਿਆਦਾ ਹੋ ਜਾਵੇ। ਇੰਜ ਨਹੀਂ ਹੁੰਦਾ। ਤਾਂ ਨਾ ਹੀ ਐਵੇਂ ਮਰਜ਼ਾਂ ਲੱਭਦੀਆਂ ਤੇ ਨਾ ਹੀ ਸਹੀ ਹੁੰਦੀਆਂ ਨੇ। ਅੱਲਾਹ ਪਾਕ ਤੇ ਸ਼ਿਫਾ ਦੇਣ ਵਾਲਾ ਮੇਰਾ ਕਰੀਮ ਮਾਲਕ ਜੋ ਹੋਇਆ ਤੇ ਉਹਦਾ ਪਿਆਰਾ ਮਹਿਬੂਬ ਹੈ, ਉਹਦਾ ਰੋਮਨ ਉਹਨੂੰ ਪਸੰਦ ਆ ਜਾਏ ਤੇ ਉਹ ਮਿਹਰਬਾਨੀ ਚ ਕਰਦਾ ਹੈਗਾ।
ਇਸ ਵਾਸਤੇ ਤੁਸੀਂ ਤਸੱਲੀ ਨਾਲ ਵੇਖ ਕੇ ਹਕੀਮ ਜ਼ਰਾਤ ਜਿੰਨੇ ਵੀ ਮੇਰੇ ਭਾਈ ਗੱਲ ਸੁਣਦੇ ਨੇ, ਇਖਤਲਾਫ ਨਹੀਂ ਹੈਗਾ ਤੇ ਨਾ ਮੇਰੀ ਗੱਲ ਦਾ ਗੁੱਸਾ ਕਰਿਆ ਜੇ ਵੀ ਸਾਡੇ ਤੇ ਤਨਕੀਦ ਕਰਦੇ ਪਏ ਨੇ। ਤੁਸੀਂ ਦਵਾਈ ਤਸ਼ਖੀਸ ਨਾਲ ਦਿਆ ਕਰੋ, ਇਨਸ਼ਾਅੱਲਾ ਸ਼ਫਾਤ ਮੇਰੇ ਅੱਲਾ ਦੇਣੀ, ਉਹਦਾ ਨੁਕਸਾਨ ਨਹੀਂ ਹੁੰਦਾ, ਸਾਈਡ ਇਫੈਕਟ ਨਹੀਂ ਹੁੰਦਾ। ਤੇ ਸਭ ਤੋਂ ਜ਼ਿਆਦਾ ਜਿੰਨਾ ਤੇਜ਼ ਅਸਰ ਦੇਸੀ ਦਵਾਈ ਕਰਦੀ ਨਾ, ਕੋਈ ਦੁਨੀਆ ਦੀ ਐਸੀ ਅੰਗਰੇਜ਼ੀ ਦਵਾਈ ਕੋਈ ਨਹੀਂ ਜਿਹੜੀ 2 ਮਿੰਟ 3 ਮਿੰਟ 1 ਮਿੰਟ ਬੰਦੇ ਨੂੰ ਕਲੀਅਰ ਕਰੇ। ਆ ਇੱਕ ਨਸ਼ੇ ਵਾਲੀ ਜ਼ਰੂਰ ਹੈ, ਜਾਂ ਬੇਹੋਸ਼ ਕਰਨ ਵਾਲੀ, ਜਾਂ ਜਿਹੜਾ ਸੁੰਨ ਕਰਨ ਵਾਲੀ, ਹੋਰ ਵੀ ਕਈ ਹੋਣਗੀਆਂ ਜਿਹੜੀ 1 ਨੰਬਰ ਦਵਾਈਆਂ ਹੋਣ, ਸਾਰੀਆਂ ਹੀ ਅੱਛੀਆਂ ਹੁੰਦੀਆਂ ਨੇ, ਰਿਜ਼ਲਟ ਵੀ ਟਾਈਮ ਨਾਲ ਦੇ ਦਿੰਦੀਆਂ ਨੇ। ਲੇਕਿਨ ਦੇਸੀ ਦਵਾਈ ਮੁਜਰਬ ਹੁੰਦੀ, ਇਹਦਾ ਨਾ ਨੁਕਸਾਨ ਹੁੰਦਾ ਨਾ ਸਾਈਡ ਇਫੈਕਟ ਹੁੰਦਾ। ਅੱਜ ਇਹ ਕਈ ਹਜ਼ਰਾਤ ਹਨ ਜਿਹੜੇ ਪੁਸ਼ਤੇ ਦਿੰਦੇ ਨੇ, ਅਸੀਂ ਤਾਂ ਤੁਹਾਨੂੰ ਬੜਾ ਸਖਤੀ ਨਾਲ ਮਨਾ ਕਰਾਂਗੇ, ਮੇਰਾ ਭਾਈ ਹਕੀਮ ਨਹੀਂ ਹੁੰਦੇ, ਉਹਨਾਂ ਕੋਲ ਕੁਸ਼ਤੇ ਨਾ ਲਿਆ ਕਰੋ ਤਮਾਸ਼ਬੀਨੀ ਵਾਸਤੇ। ਕੁਸ਼ਤਾ ਖਾ ਤਾਂ ਲੈਂਦੇ ਜੇ ਵੀ ਅਸੀਂ ਬੜੇ ਮਰਦ ਤੇ ਬੜੇ ਪਹਿਲਵਾਨ, ਉਹਨਾਂ ਦਾ ਮਕਸਦ ਇੱਕੋ ਹੀ ਹੁੰਦਾ ਜੇ, ਜਾਂ ਬੰਦਾ ਬਾਹਰ ਤੇ ਜਾਂ ਬਸ ਅਗਾਂ ਆਪੇ ਗੱਲ ਸਮਝੋ, ਜਾਂ ਉਹਦੇ ਗੁਰਦੇ ਡੈਡ ਹੋ ਜਾਂਦੇ ਨੇ, ਜਾਂ ਉਹਦਾ ਜਿਗਰ ਫਟ ਜਾਂਦਾ, ਜਾਂ ਉਹਦਾ ਮਿਹਦਾ ਫਟ ਜਾਂਦਾ। ਤੇ ਮੇਰਾ ਭਾਈ ਆਦੀ ਜ਼ਿੰਦਗੀ ਦਾ ਖੁਦ ਅਹਿਸਾਸ ਕੀਤਾ ਕਰੋ। ਇੱਕ ਬੰਦੇ ਦੀ ਦੁਕਾਨਦਾਰੀ ਨਹੀਂ, ਇੱਕ ਬੰਦਾ ਬੈਠਾ ਨਹੀਂ, ਰਾਹ ਦਾ ਮੁਸਾਫਰ ਹੈ। ਉਹ ਕਈ ਦੋਸਤ, ਇੱਕ ਮੇਰੇ ਕੋਲ ਦੋਸਤ, ਉਹ ਮੇਰੇ ਕੋਲ ਆਇਆ, ਕਹਿੰਦਾ ਯਾਰ ਨਾ ਸੰਨਿਆਸੀ ਆਇਆ ਸੀ ਤੇ ਦਵਾਈ ਦੇ ਆ ਤੂੰ, ਮੈਂ ਖਾ ਤਾਂ ਲਈਏ ਪਰ ਉਦੋਂ ਦਾ ਮੈਂ ਬਹਿ ਗਿਆ ਯਾਰ, ਜਿਵੇਂ ਜਿਵੇਂ ਦੇ ਆਂਦਾ ਹੈ ਨਾ ਮੈਂ ਲਵ ਹੀ ਲੈਂਦਾ ਜਾਣਾ। ਤੇ ਮੈਂ ਉਹਨੂੰ ਆਖਿਆ ਵੀ ਉਹਦਾ ਕੋਈ ਅਤਾ ਪਤਾ, ਉਹਦਾ ਕੋਈ ਖਬਰ? ਉਹਨੇ ਕਿਹਾ ਯਾਰ ਅਮਰੂਦ ਲਾਉਂਦਾ ਸੀ। ਮੈਂ ਕਿਹਾ ਯਾਰ ਅਮਰੂਦ ਤੇ ਕਈ ਲਾਈ ਫਿਰਦੇ ਨੇ, ਬਦਨਾਮੀ ਕੀ ਬਣ ਜਾਂਦੀ। ਲੋ ਜੀ ਦੇਸੀ ਦਵਾਈ ਖਾਦੀ ਤੇ ਮੇਰੇ ਬੇੜਾ ਗਰਕ ਹੋ ਗਿਆ। ਦੱਸੋ ਅਮਰੂਦ ਲਾਉਣ ਵਾਲਾ ਬੰਦਾ ਹਕੀਮ ਹੁੰਦਾ ਤੇ ਉਹ ਵਿਚਾਰਾ ਹਿਕਮਤ ਕਰਦਾ, ਉਹਨੂੰ ਕਿਹੜੀ ਲੋੜ ਹੈ ਅਮਰੂਦਾਂ ਦੀ ਛਾਪ ਦੀ ਚਾਈ ਫਿਰਦਾ ਤੇ ਅਮਰੂਦ ਵੇਚਦਾ ਫਿਰਦਾ। ਇਸ ਤਰ੍ਹਾਂ ਕੋਈ ਜੁੱਤੀਆਂ ਗੰਢਣ ਵਾਲਾ ਵੀ ਉਹ ਲਵਣ ਵਾਲਿਆਂ ਦੀ ਏਡੀ ਹਮਾਕਤ ਹੁੰਦੀ, ਉਹ ਇਹ ਵੀ ਨਹੀਂ ਵੇਖਦੇ ਵੀ ਇਹਦਾ ਪੇਸ਼ਾ ਕਿਹੜਾ, ਕੰਮ ਕੀ ਕਰਦਾ ਫਿਰਦਾ। ਇਹ ਯਕੀਮ ਹੋਇਆ ਇਹ ਘਰੀ ਬਹਿ ਦੇ ਵੀ ਦਿੱਤੀ ਰੱਖਿਆ ਤੇ ਮਰੀਜ਼ਾਂ ਦੀ ਇਹਦੇ ਕੋਲ ਲੈਣ ਲੱਗੀ ਰਹਿਣੀ ਹੈਗੀ ਸੀ। ਤੇ ਜਿਹੜੇ ਦੋਸਤ ਨੇ ਨਾ ਉਹ ਫਿਰ ਐਵੇਂ ਇੱਕ ਏਡੇ ਕਮਲੇ ਨੇ, ਏਡੇ ਬੇਵਕੂਫ ਨੇ ਵੀ ਉਹ ਜਿਹੜਾ ਵੀ ਬੰਦਾ ਕਹਿ ਦੇਵੇ ਨਾ ਉਹਨਾਂ ਨੂੰ ਕੋਈ ਵੀ ਆਹ ਚੀਜ਼ ਖਾ ਯਾਦ ਠੀਕ ਹੋ ਜਾ ਤੋ ਖਾ ਲੈਂਦੇ। ਉਹਨਾਂ ਨੂੰ ਆਦੇ ਮਿਜ਼ਾਜ ਦਾ ਨਹੀਂ ਪਤਾ ਹੁੰਦਾ ਕਿ ਮੇਰਾ ਬਲੱਡ ਪ੍ਰੈਸ਼ਰ ਆਈ ਹੈ, ਕਿ ਕਿਸੇ ਕਾਲੀ ਮਿਰਚ ਦੇ ਸੀ ਤੇ ਫੱਕਾ ਮਾਰ ਤੇ ਖਾ ਜਾਣਾ ਹੈ, ਕਿਸੇ ਦੱਸਣਾ ਬੋਤਲ ਸੋਡੇ ਦੀ ਪੀ ਲਓ ਜੀ ਤੁਹਾਡਾ ਬਲੱਡ ਪ੍ਰੈਸ਼ਰ ਆਈ ਹੈ। ਵੀ ਬਲੱਡ ਪ੍ਰੈਸ਼ਰ ਮਿਰਚ ਵੀ ਆਈ ਕਰਦੀ, ਬੋਤਲ ਵੀ ਆਈ ਕਰਦੀ, ਇਹਨਾਂ ਦੇ ਸਾਡਾ ਅੱਗੇ ਬੇੜਾ ਗਰਕ ਹੋਇਆ ਹੈ, ਮੈਦਾ ਹੀਟ ਹੋਇਆ ਹੈ, ਬਲੱਡ ਪ੍ਰੈਸ਼ਰ ਤੁਹਾਡਾ ਹਾਈ ਹੋਇਆ ਹੈ, ਤਬੀਅਤ ਤੁਹਾਡੀ ਵਿਗੜੀ ਹੋਈ ਹੈ। ਤੇ ਤੁਸੀਂ ਫਿਰਦੇ ਜੇ ਆਦੇ ਢਗੋਸਲੇ ਲਾਉਂਦੇ, ਆਦੇ ਟੋਟਕੇ ਲਾਉਂਦੇ। ਟੋਟਕੇ ਦਾ ਕੰਮ ਨਹੀਂ ਹੁੰਦਾ, ਬੰਦੇ ਦੀ ਤਬੀਅਤ ਬੜੀ ਅਹਿਸਾਸ ਹੁੰਦੀ ਹੈ। ਅੱਲਾਹ ਪਾਕ ਨੇ ਜਿੰਨੇ ਵੀ ਦਿਲ ਦਿਮਾਗ ਜਿਗਰ ਅਤਾ ਕੀਤਾ ਹੈ, ਬੰਦੇ ਨੂੰ ਅਕਲ ਵਾਸਤੇ, ਸੋਚਣ ਵਾਸਤੇ, ਇਸਤੇਮਾਲ ਕਰਨ ਵਾਸਤੇ ਦਿੱਤਾ ਹੈ। ਤੇ ਜ਼ਾਤੀ ਤੌਰ ਤੇ ਵੀ ਆਦੀ ਜ਼ਿੰਦਗੀ ਦਾ ਵੀ ਅਹਿਸਾਸ ਕੀਤਾ ਕਰੋ ਕਿ ਅਸੀਂ ਕਿਹੜੀ ਚੀਜ਼ ਖਾ ਰਹੇ ਹਾਂ ਤੇ ਕਿਹੜੀ ਚੀਜ਼ ਸਾਨੂੰ ਸਹੀ ਰਹਿ ਰਹੀ, ਕਿਹੜੀ ਨਹੀਂ ਰਹਿ ਰਹੀ। ਬਹੁਤ ਹਿਸਾਬ ਨਾਲ ਬੰਦਾ ਕਦਮ ਰੱਖ ਲੈਂਦਾ ਹੈ। ਤੇ ਇਸ ਵਾਸਤੇ ਤੁਸੀਂ ਇਹ ਜਿਹੜੀਆਂ ਤੁਹਾਨੂੰ ਦੱਸੀ ਹੈ ਦਵਾਈ, ਇਨਸ਼ਾਅੱਲਾ 3 ਚੀਜ਼ਾਂ ਦਾ ਜੁਜ਼ ਹੈ, ਰਸੌਂਤ, ਮਗਜ਼ ਤੁਖਮ, ਨਿੰਮੇ ਤੇ ਤੁਖਮ ਸਰਸ, 3 ਚੀਜ਼ਾਂ ਨੇ। ਇਹਨਾਂ ਚੀਜ਼ਾਂ ਦਾ ਪਾਊਡਰ ਇਸਤੇਮਾਲ ਕਰੋ, ਇਨਸ਼ਾਅੱਲਾ ਖੁਦ ਅਜ਼ੀਜ਼ ਤੁਸੀਂ ਖੁਦ ਇਸ ਚੀਜ਼ ਨੂੰ ਦੱਸੋਗੇ ਕਿ ਵਾਕਈ ਹਫੀਜ਼ ਭਾਈ ਮੁਹੰਮਦ ਹਫੀਜ਼ ਕਾਦਰੀ ਨੇ ਸਾਨੂੰ ਇੱਕ ਨੁਸਖਾ ਦਿੱਤਾ ਸੀ, ਇਸਤੇਮਾਲ ਕੀਤਾ। ਮੇਰਾ ਭਾਈ ਜਿਸ ਦਿਨ ਦਾ ਕੀਤਾ ਭੁੱਲ ਹੀ ਗਏ ਆ ਕਿ ਸਾਨੂੰ ਬਵਾਸੀਰ ਹੈਗੀ ਸੀ। ਇਨਸ਼ਾਅੱਲਾ ਜ਼ਿੰਦਗੀ ਤੁਹਾਨੂੰ ਅਹਿਸਾਸ ਨਹੀਂ ਹੋਏਗਾ ਕਿ ਸਾਨੂੰ ਬਵਾਸੀਰ ਸੀ, ਬਲਕਿ ਤੁਹਾਡਾ ਦਿਲ ਕਰੇਗਾ ਅਸੀਂ ਫ੍ਰੀ ਵਿੱਚ ਸਦਕਾ ਜਾਰੀਆ ਸਮਝ ਕੇ ਬਣਾਈਏ, ਜਿਸ ਮਸਕੀਨ ਨੂੰ ਤਕਲੀਫ ਹੋਣ ਦਈਏ, ਸਾਨੂੰ ਅੱਲਾ ਅਜਰ ਦੇਵੇਗਾ। ਤੇ ਇਸੇ ਤਰੀਕੇ ਇਸ ਵੀਡੀਓ ਨੇ ਵੀ ਤੁਸੀਂ ਮੇਰੇ ਪੇਜ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਜੇ, ਤੇ ਫੇਸਬੁੱਕ ਦੇ ਪੇਜ ਨੂੰ ਵੀ ਫਾਲੋ ਕਰ ਲਿਆ ਜੇ, ਜਿਹਦੇ ਨਾਲ ਜਿਹੜਾ ਸ਼ੇਅਰ ਕਰੋਗੇ ਕਿਸੇ ਮਸਕੀਨ ਨੂੰ ਅੱਲਾ ਪਾਕ ਸ਼ਫਾ ਦੇਵੇ।